ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਗਰਾਊਂਡ ਜ਼ੀਰੋ ਤੋਂ ਫਾਰਮਰਸ ਐਜੀਟੇਸ਼ਨ ਦੇ ਸੰਬੰਧ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਮੇਰੇ ਨਾਲ ਨੇ ਲਖਵਿੰਦਰ ਕੌਸ਼ਿਕ ਜੀ। ਸਤਿ ਸ਼੍ਰੀ ਅਕਾਲ ਕੌਸ਼ਿਕ ਸਾਹਿਬ ਜੀ। ਲਖਵਿੰਦਰ ਜੀ, ਉਂਝ ਤਾਂ ਕਿਸਾਨਾਂ ਨੇ ਕੱਲ੍ਹ ਮੀਟਿੰਗ ਕਰਕੇ ਜੀ ਸਰਕਾਰ ਵੱਲੋਂ ਦਿੱਤੀ ਪ੍ਰਪੋਜ਼ਲ ਨੂੰ ਠੁਕਰਾ ਦਿੱਤਾ ਜੀ ਬਿਲਕੁਲ ਇਹਦੇ ਨਾਲ ਇੱਕ ਬਹੁਤ ਵੱਡਾ ਰਿਐਕਸ਼ਨ ਜਿਹੜਾ ਹੋਇਆ ਜੀ। ਉਹ ਰਿਐਕਸ਼ਨ ਨੈਚੁਰਲੀ ਹੋਣਾ ਹੀ ਸੀ, ਪਤਾ ਹੀ ਸੀ, ਉਮੀਦ ਸੀ। ਜੀ ਬਿਲਕੁਲ ਬਿਲਕੁਲ। ਉਹ ਹੋਇਆ ਜੀ ਕਿ ਜਿਹੜੇ ਸਰਕਾਰੀ ਪੱਧਰ ਤੇ ਜਾਂ ਜਿਹੜੀ ਕਹਿ ਲਓ ਵੀ ਪੁਲਿਸ ਨਾਲ ਵੀ ਜਿਹੜੀ ਗੱਲਬਾਤ ਕਿਸਾਨਾਂ ਦੀ ਸੀਗੀ ਜੀ ਉਹ ਸਿਰੇ ਨਹੀਂ ਸੀ ਲੱਗ ਰਹੀ ਜੀ ਬਿਲਕੁਲ। ਕਿਉਂਕਿ ਪੁਲਿਸ ਤਾਂ ਕਹਿ ਰਹੀ ਸੀ ਯਾਰ ਇੱਥੇ ਕਿ ਤੁਸੀਂ ਘੁੰਮ ਲਓ, ਟਰੈਕਟਰ ਘੁਮਾਈ ਚੱਲੋ। ਜੀ ਜੀ ਬਿਲਕੁਲ। ਠੀਕ ਹੈ ਜੀ। ਤੁਸੀਂ ਜਿਹੜੀ ਰਿੰਗ ਰੋਡ, ਆਊਟਰ ਰਿੰਗ ਰੋਡ ਆ ਉੱਤੇ ਬਣਾ ਜਾਓ। ਜੀ ਬਿਲਕੁਲ। ਠੀਕ ਹੈ ਜੀ। ਇਨਰ ਦੀ ਤਾਂ ਗੱਲ ਹੀ ਨਹੀਂ ਹੈਗੀ, ਬਾਹਰ ਦੀ ਵੀ। ਜੀ ਜੀ। ਬਾਹਰਲੀ ਰਿੰਗ ਰੋਡ ਤੇ ਵੀ ਤੁਸੀਂ ਨਾ ਜਾਓ। ਠੀਕ ਹੈ ਜੀ। ਉਹ ਕਿਉਂਕਿ ਕਿਸਾਨ ਨਹੀਂ ਮੰਨਦੇ ਸੀ। ਕਿਸਾਨ ਕਹਿੰਦੇ ਅਸੀਂ ਤਾਂ ਬੜੇ ਦਿਨਾਂ ਦਾ ਅਨਾਉਂਸ ਕੀਤਾ ਹੋਇਆ। ਜੀ ਜੀ। ਅਸੀਂ ਜਦੋਂ ਪੰਜਾਬ ਤੋਂ ਚੱਲੇ ਸੀ ਹੋਰ ਨੂੰ ਕਹਿਤਾ ਸੀ। ਠੀਕ ਹੈ ਜੀ। ਜੀ ਬਿਲਕੁਲ। ਤੇ ਉਹ ਹੁਣ ਸਰਕਾਰ ਦੀਆਂ ਤਿਆਰੀਆਂ ਜਿਹੜੀਆਂ ਉਹ ਕਿਸ ਪੱਧਰ ਦੀਆਂ? ਜੀ ਬਿਲਕੁਲ। ਜਿਸ ਤਰ੍ਹਾਂ ਹੁਣ ਆਪਾਂ ਦੇਖਦੇ ਆ ਰਹੇ ਹਾਂ ਖਬਰਾਂ, ਇਹ ਹਰ ਰੋਜ਼ ਸੁਣਨ ਦੇ ਵਿੱਚ ਆ ਰਹੀਆਂ ਨੇ। ਦਿੱਲੀ ਪੁਲਿਸ ਨੇ 26 ਜਨਵਰੀ ਨੂੰ ਲੈ ਕੇ ਇੱਕ ਸੁਪਰੀਮ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਦਾਇਰ ਕੀਤੀ ਸੀ, ਪਟੀਸ਼ਨ ਦਾਇਰ ਕੀਤੀ ਸੀ, ਜਿਹਦੇ ਉੱਤੇ ਸੁਪਰੀਮ ਕੋਰਟ ਨੇ ਸਾਫ਼ ਕੱਲ ਉਹਨਾਂ ਨੂੰ ਜਵਾਬ ਦੇ ਦਿੱਤਾ ਵੀ ਇਹ ਲਾਅ ਐਂਡ ਆਰਡਰ ਦਾ ਮਸਲਾ ਹੈਗਾ, ਜਿਹੜਾ ਕੋਰਟ ਦਾ ਮਸਲਾ ਨਹੀਂ, ਕੋਰਟ ਦਾ ਸੰਵਿਧਾਨਕ ਨਹੀਂ ਮਸਲਾ। ਜੀ ਬਿਲਕੁਲ। ਇਹ ਦਿੱਲੀ ਪੁਲਿਸ ਦਾ ਆਪਦਾ ਮਸਲਾ ਹੈ। ਦਿੱਲੀ ਪੁਲਿਸ ਦੇਖੇ ਵੀ ਕਿੱਥੇ ਕਿਹਨੂੰ ਦਿੱਲੀ ਦੇ ਵਿੱਚ ਐਂਟਰੀ ਕਰਨ ਦੇਣੀ ਆ, ਕਿਹਨੂੰ ਕੋਈ ਐਜੀਟੇਸ਼ਨ ਕਰਨ ਦੇਣਾ, ਕਿਹਨੂੰ ਰੋਡ ਸ਼ੋਅ ਕਰਨ ਦੇਣਾ। ਉਸ ਨੂੰ ਚੱਲਦੇ ਹੋਏ ਬਲਕਿ ਇੱਥੋਂ ਤੱਕ ਸੁਪਰੀਮ ਨੇ ਕਹਿ ਦਿੱਤਾ ਜੀ ਵੀ ਇਹ ਜਿਹੜੀ ਐਪਲੀਕੇਸ਼ਨ ਤੁਸੀਂ ਇੱਥੇ ਪੀਐਲ ਪਾਈ ਇਹਨੂੰ ਵਾਪਸ ਲਓ। ਬਿਲਕੁਲ। ਇਹ ਤਾਂ ਇੱਕ ਝਾੜ ਪਾਉਣ ਵਾਲੀ ਗੱਲ ਹੈ ਜੀ। ਉਹ ਦਿੱਲੀ ਪੁਲਿਸ ਨੂੰ ਪਤਾ ਹੀ ਨਹੀਂ ਹੈ ਜੀ। ਜੇ ਪਤਾ ਸਾਰਾ ਕੁਝ ਜਾਣਬੁੱਝ ਕੇ ਕਰ ਰਹੇ ਆ, ਉਹ ਸੋਚਦੇ ਵੀ ਕਿਸੇ ਤਰੀਕੇ ਨਾਲ ਸੁਪਰੀਮ ਕੋਰਟ ਹੀ ਇਹਨੂੰ ਪਾਬੰਦੀ ਲਾ ਦੇਵੇ। ਠੀਕ ਹੈ ਜੀ। ਹੁਣ ਸੁਪਰੀਮ ਕੋਰਟ ਤੱਕ ਪਹਿਲਾਂ ਤਾਂ ਕੋਸ਼ਿਸ਼ਾਂ ਨੇ ਇਹੀ ਹੁੰਦੀਆਂ ਰਹੀਆਂ ਕਿ ਜਿਹੜੇ ਇਹ ਧਰਨੇ ਮਾਰੇ ਹੋਏ ਆ ਡਿਫਰੈਂਟ ਸੜਕਾਂ ਦੇ ਉੱਤੇ, ਸਿੰਘੂ ਬਾਰਡਰ, ਟਿਕਰੀ ਬਾਰਡਰ, ਹੋਰਾਂ ਥਾਵਾਂ ਤੇ, ਇਹ ਚੁਕਾਏ ਜਾਣ। ਜੀ ਬਿਲਕੁਲ। ਉਹ ਕੋਸ਼ਿਸ਼ ਵੀ ਉਹਨਾਂ ਦੀ ਕਾਮਯਾਬ ਨਹੀਂ ਹੋਈ ਸਰਕਾਰ ਦੀ। ਹੁਣ ਕਿਸਾਨਾਂ ਨੇ ਅੰਦੋਲਨ ਦਾ ਅਗਲਾ ਪੜਾਅ ਜਿਹੜਾ ਸੀ ਉਹ ਅਨਾਉਂਸ ਕੀਤਾ ਹੈ ਬੜੇ ਦਿਨਾਂ ਤੋਂ, ਔਰ ਬੜਾ ਅਹਿਮ ਹੈ ਜੀ। ਪੂਰੀ ਦੁਨੀਆ ਦੀਆਂ ਨਜ਼ਰਾਂ ਇਹ ਤੇ ਹੈ ਜੀ। ਇਹ 26 ਜਨਵਰੀ ਵਾਲਾ ਮਸਲਾ ਅੱਗੇ ਜਦੋਂ ਛੋਟੇ ਹੁੰਦੇ ਸੀ ਉਦੋਂ ਤਾਂ ਹੁੰਦਾ ਸੀ ਸਕੂਲੇ ਝੰਡਾ ਚੜਾਉਣਾ ਜੀ ਹੈਡ ਮਾਸਟਰ ਸਾਹਿਬ ਨੇ। ਜੀ 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 ਹਾਂਜੀ ਬਿਲਕੁਲ। ਤੇ ਉਦੋਂ ਇੰਨਾ ਕੀ ਪਤਾ ਸੀਗਾ, ਉਦੋਂ ਇਸ ਗੱਲ ਦਾ ਨਹੀਂ ਸੀ ਪਤਾ ਕਿ ਕਿਸਾਨੀ ਅੰਦੋਲਨ ਵੀ ਜਿਹੜਾ ਝੰਡਾ ਚੜਾਉਣ ਵਾਲੇ ਪਾਸੇ ਚੜੂਗਾ। ਜੀ ਬਿਲਕੁਲ। ਤੇ ਉਹਨਾਂ ਝੰਡਾ ਚੜਾਉਣ ਦਾ ਤਰੀਕਾ ਵੱਖਰਾ ਅਪਣਾਇਆ ਕਿ ਉਹਨਾਂ ਨੇ ਕਿਹਾ ਸਾਡੇ ਟਰੈਕਟਰਾਂ ਦੇ ਉੱਤੇ ਝੰਡਾ ਹੋਊਗਾ, ਇੱਕ ਜਿਹੜਾ ਕੌਮੀ ਝੰਡਾ ਹੈਗਾ, ਤਿਰੰਗਾ ਝੰਡਾ ਹੈਗਾ ਜੀ ਬਿਲਕੁਲ, ਤੇ ਦੂਸਰਾ ਨਾਲ ਕਿਸਾਨੀ ਦਾ ਸਾਡੀ ਝੰਡਾ ਹੋਊਗਾ। ਜਿਹੜੀ ਵੀ ਕਿਸਾਨ ਯੂਨੀਅਨ ਦਾ ਟਰੈਕਟਰ ਜਿਹਦੇ ਨਾਲ ਸੰਬੰਧ ਰੱਖਦਾ ਹੋਊਗਾ ਉਹਦਾ ਝੰਡਾ ਹੋਊਗਾ। ਉਸ ਤੋਂ ਬਾਅਦ ਉਹਨਾਂ ਨੇ ਦਿੱਲੀ ਦੀ ਪਰੇਡ, ਜਿਹੜੀ ਗਣਤੰਤਰ ਪਰੇਡ ਸਰਕਾਰੀ ਤੌਰ ਤੇ ਪਿਛਲੇ 17-75 ਸਾਲਾਂ ਤੋਂ ਹੁੰਦੀ ਪਈ ਹੈ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਜਿੱਦਾਂ ਉੱਥੇ ਝਾਕੀਆਂ ਹੁੰਦੀਆਂ ਵੱਖਰੇ ਵੱਖਰੇ ਸੂਬਿਆਂ ਦੀਆਂ, ਅਸੀਂ ਆਪਣੇ ਵੱਖਰੀਆਂ ਝਾਕੀਆਂ ਕੱਢੀਆਂ। ਅਸੀਂ ਵੀ ਝਾਕੀਆਂ ਜਿਹੜੀਆਂ ਉਹ ਕਿਸਾਨੀ ਨਾਲ ਰਿਲੇਟਡ, ਮਜ਼ਦੂਰਾਂ ਨਾਲ ਰਿਲੇਟਡ, ਹਰ ਇੱਕ ਤਰ੍ਹਾਂ ਦੀ ਜਿਹੜੀ ਸਟੇਟ ਵਾਈਜ਼ ਉਹਨਾਂ ਦੇ ਸੱਭਿਆਚਾਰ ਨਾਲ ਰਿਲੇਟਡ। ਠੀਕ ਹੈ ਨਾ ਜੀ। ਇਦਾਂ ਦੀਆਂ ਤਿਆਰੀਆਂ ਬੜੀਆਂ ਵੱਡੇ ਪੱਧਰ ਤੇ ਚੱਲ ਰਹੀਆਂ, ਔਰ ਕਿਸਾਨਾਂ ਦੇ ਜਿਹੜੀ ਆਗੂ ਹੈ, ਲੀਡਰਸ਼ਿਪ ਹੈ, ਉਹ ਦੋਨਾਂ ਪੱਖਾਂ ਤੋਂ ਇਹਦੇ ਤੇ ਸੋਚ ਕਰ ਰਹੀ ਹੈ। ਇੱਕ ਤਾਂ ਇਹ ਕਿ ਇਹ ਵੈਲ ਡਿਸਪਲਿਨ ਹੋਵੇ, ਉਹ ਅਨਾਉਂਸ ਵੀ ਕਰ ਚੁੱਕੇ। ਉਹ ਵੈਲ ਡਿਸਪਲਿਨ ਹੁਣ ਤੱਕ ਅੰਦੋਲਨ ਚੱਲਿਆ ਆ ਰਿਹਾ, ਇਹਦੇ 'ਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਹੈਗੀ ਕਿ ਇਹ ਡਿਸਪਲਿਨਡ ਨਹੀਂ ਹੋਊਗਾ, ਡਿਸਪਲਿਨਡ ਵੀ ਹੋਊਗਾ, ਹੋਣਾ ਹੀ ਚਾਹੀਦਾ ਜੀ ਬਿਲਕੁਲ। ਆਪਾਂ ਜਿਵੇਂ ਪਿੱਛੇ ਆਪਾਂ ਗਰਾਊਂਡ ਜ਼ੀਰੋ ਮਲੇਰਕੋਟਲਾ ਤੋਂ ਵੀ ਜਾਂ ਹੋਰ ਵੱਖਰੇ ਜਗ੍ਹਾ ਦੇ ਉੱਤੇ ਆਪਾਂ ਦੇਖਦੇ ਆ ਰਹੇ ਹਾਂ, ਉੱਥੇ ਸਪੈਸ਼ਲ ਆ ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਸਾਰੇ ਕਿਸਾਨਾਂ ਨੂੰ ਵੀ ਕਿੱਦਾਂ ਆਪਾਂ ਨੇ ਜਿਹੜਾ ਉੱਥੇ ਵਲੰਟੀਅਰ ਭਰਤੀ ਕੀਤੇ ਗਏ ਜੀ ਵਲੰਟੀਅਰ ਬਕਾਇਦਾ ਉਹਨੂੰ ਪੂਰੀ ਫੁੱਲ ਟ੍ਰੇਨਿੰਗ ਦਿੱਤੀ ਜਾਂਦੀ ਹੈ। ਕਿਸੇ ਨੂੰ ਓਵਰਟੇਕ ਨਹੀਂ ਕਰਨਾ, ਲੇਨ ਦੇ ਵਿੱਚ ਚੱਲਣਾ, ਕਿੰਨੇ ਬੰਦੇ ਉਹਦੇ ਤੇ ਬੈਠਣਗੇ, ਪੂਰਾ ਨਜ਼ਰ ਰੱਖਣੀ ਆਲੇ ਦੁਆਲੇ, ਕੋਈ ਵਿੱਚੋਂ ਹੋਰ ਕੋਈ ਗੱਡੀ ਵਿੱਚ ਐਂਟਰ ਨਾ ਕਰੇ, ਕੋਈ ਬੰਦਾ ਸ਼ਰਾਰਤ ਨਾ ਕਰੇ। ਇਹ ਸਾਰਾ ਕੁਝ ਉਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ, ਔਰ ਉਹ ਇਦਾਂ ਲੱਗਦਾ ਜਿੱਦਾਂ ਕਿ ਮਤਲਬ ਬਹੁਤ ਵੱਡੇ ਤਜਰਬੇ ਦੀ ਗੱਲ ਹੈ ਵੀ ਜਿੱਦਾਂ ਕਿਤੇ ਪਿਛਲੇ 25-30 ਸਾਲਾਂ ਤੋਂ ਹਰ ਸਾਲ ਟਰੈਕਟਰ ਪਰੇਡ ਕਰਦੇ ਹੁੰਦੇ ਆ, ਤੇ ਐਤਕੀ ਵੀ ਉਸੇ ਤਰੀਕੇ ਦੀ ਤਿਆਰੀ ਆ। ਅਸਲ 'ਚ ਪਹਿਲੀ ਟਰੈਕਟਰ ਰੈਲੀ ਇਸ ਤਰੀਕੇ ਦੀ ਪਰੇਡ ਹੋ ਰਹੀ ਹੈ, ਪਰ ਤਿਆਰੀ ਜਿਸ ਤਰੀਕੇ ਦੀ ਉਹਨਾਂ ਦੀ ਕੀਤੀ ਜਾ ਰਹੀ ਹੈ ਉਹਨੇ ਮਤਲਬ ਲੋਕਾਂ ਦੀਆਂ ਅੱਖਾਂ ਖੋਲ ਦਿੱਤੀਆਂ ਹੈਗੀਆਂ। ਜੀ ਬਿਲਕੁਲ। ਸਭ ਤੋਂ ਵੱਡੀ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਸੀ ਤੋਂ ਸ਼ੁਰੂ ਹੋਈ ਸੀ ਕਿ ਦਿੱਲੀ ਪੁਲਿਸ ਨੇ, ਯਾਨੀ ਭਾਰਤ ਸਰਕਾਰ ਨੇ ਦਿੱਲੀ ਪੁਲਿਸ ਰਾਹੀਂ ਇੱਕ ਪਟੀਸ਼ਨ ਪਾਈ ਜਿਸ 'ਚ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਕਿ ਜੇ ਰੋਕੋ ਜੀ ਇਹਨਾਂ ਨੂੰ। ਸੁਪਰੀਮ ਕੋਰਟ ਨੇ ਲਾਹਨਤਾਂ ਪਾਈਆਂ, ਇਹ ਤੁਹਾਨੂੰ ਪਤਾ ਹੀ ਨਹੀਂ ਹੈ ਕਿਹੜਾ ਮਸਲਾ ਤੁਸੀਂ ਲੈ ਕੇ ਇੱਥੇ ਆਉਣਾ, ਕਿਹੜਾ ਨਹੀਂ ਆਉਣਾ, ਇਹਨੂੰ ਵਾਪਸ ਲਵੋ। ਔਰ ਵਾਪਸ ਉਹਨਾਂ ਨੇ ਕਰਵਾਇਆ। ਹੁਣ ਦਿੱਲੀ ਪੁਲਿਸ ਦੀ ਕਿਰਕਰੀ ਜਿਹੜੀ ਹੋਈ ਹੈ ਅਸਲ ਵਿੱਚ ਭਾਰਤ ਸਰਕਾਰ ਦੀ ਹੋਈ, ਕਿਉਂਕਿ ਦਿੱਲੀ ਪੁਲਿਸ ਜਿਹੜੀ ਡਾਇਰੈਕਟ ਸੈਂਟਰ ਦੇ ਅੰਡਰ, ਗ੍ਰਹਿ
ਮੰਤਰੀ ਦੇ ਅੰਡਰ ਹੈ ਜੀ। ਬਿਲਕੁਲ, ਉਹਨਾਂ ਨਾਲ ਪਿਛਲੇ ਦਿਨਾਂ ਵਿੱਚ ਕਈ ਲਗਾਤਾਰ ਜਿਹੜੀਆਂ ਮੀਟਿੰਗਸ ਨੇ ਦਿੱਲੀ ਪੁਲਿਸ ਕਮਿਸ਼ਨਰ ਦੀਆਂ ਚੱਲਦੀਆਂ ਰਹੀਆਂ ਨੇ, ਜਿਹੜੇ ਹੋਰ ਪੁਲਿਸ ਦੇ ਉੱਚ ਅਧਿਕਾਰੀ ਨੇ ਉਹਨਾਂ ਨੇ ਮੀਟਿੰਗਾਂ ਕਰਦੇ ਰਹੇ ਨੇ। ਪਰ ਹੁਣ ਜਿਸ ਤਰ੍ਹਾਂ ਹੀ ਜਿਉਂ ਹੀ ਇਹ ਫੈਸਲਾ ਆਇਆ ਜੀ, ਕੱਲ ਜਿਹੜੀ ਉੱਥੇ ਮੂਵਮੈਂਟ ਹੋਈ ਹੈ ਸ਼ਾਮ ਨੂੰ, ਲਗਭਗ ਸਿੰਘੂ ਬਾਰਡਰ ਦੇ ਉੱਤੇ 2000 ਪੁਲਿਸ ਕਰਮਚਾਰੀ ਵੈਲ ਪੂਰੀ ਡਰੈਸ ਅਪ, ਜਿਹੜੀ ਉਹਨਾਂ ਦੀ ਰॉयट्स ਵਾਲੀ ਜਿੰਮੀ ਤੇ ਬਹੁਤ ਵੱਡਾ ਕੁਝ ਹੋਣ ਵਾਲਾ ਦੰਗਿਆਂ ਨੂੰ ਰੋਕਣ ਵਾਲੀ ਜੀ ਹਾਂ, ਉਹ ਪੂਰੇ ਆਪਦੇ ਇਕਵਿਪਮੈਂਟ ਲੈ ਕੇ ਜੀ ਉੱਥੇ ਪਹੁੰਚੇ ਨੇ ਔਰ ਉੱਥੇ ਉਹ ਪਰੇਡ ਕਰ ਰਹੇ ਨੇ। ਉਹਨਾਂ ਨੂੰ ਪੂਰੀ ਉਦਾਂ ਹੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਦੇਖੋ ਜੀ, ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਤਾਂ ਇੰਨਾ ਪ੍ਰਬੰਧ ਕਰ ਲਿਆ ਜੀ, ਤੇ ਜਿਹੜੀ ਉਹ ਬੀਜੇਪੀ ਦੇ ਇੱਕ ਆਗੂ ਨੇ ਚਿੱਠੀ ਕੱਢੀ ਆ ਜੀ ਜੀ, ਜਿਸ ਚ ਉਹਨੇ ਇਹ ਕਿਹਾ ਵਾ ਕਿ ਸਾਰੇ ਜਿਹੜੇ ਆ ਬੀਜੇਪੀ ਦੇ ਕਰਿੰਦੇ ਜਿਹੜੇ ਆ ਵਰਕਰ ਆ ਉਹ ਵੈਲ ਟ੍ਰੇਨਡ ਹੋਣ, ਕਿਉਂਕਿ ਦਿੱਲੀ ਤੇ ਬਹੁਤ ਵੱਡਾ ਹਮਲਾ ਹੋਣ ਜਾ ਰਿਹਾ। ਜੀ 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 ਜੀ, ਇਸ ਤਰੀਕੇ ਨਾਲ ਉਹਨਾਂ ਨੇ ਇੱਕ ਮੋਮੈਂਟਮ ਖੜਾ ਕਰ ਦਿੱਤਾ ਜੀ। ਬਿਲਕੁਲ, ਵੀ ਤਾਂ ਕਿ ਟਕਰਾਅ ਜਿਹੜਾ ਬਣੇ ਕਿਸੇ ਨਾ ਕਿਸੇ ਤਰੀਕੇ ਨਾਲ। ਬਿਲਕੁਲ ਜੀ। ਨੈਸ਼ਨਲ ਮੀਡੀਆ ਵੀ ਮਤਲਬ ਕਈ ਵਾਰੀ ਇਸ ਤਰ੍ਹਾਂ ਦੀਆਂ ਖਬਰਾਂ ਨੇ ਜਿਹੜੀਆਂ ਦੇਣ ਲੱਗਦਾ ਵੀ ਕਿਸਾਨ ਜਾ ਕੇ ਪਤਾ ਨਹੀਂ ਅੱਜ ਉਹ ਲਾਲ ਕਿਲੇ ਤੇ ਕਬਜ਼ਾ ਕਰ ਲੈਣਗੇ, ਅੱਜ ਜਾ ਕੇ ਉਹ ਸੰਸਦ ਦੇ ਉੱਤੇ ਕਬਜ਼ਾ ਕਰ ਲੈਣਗੇ, ਜਦੋਂ ਕਿ ਦੇਖੋ ਉੱਥੇ ਜਾ ਕੋਈ ਵੀ ਸਕਦਾ। ਜੇ ਕੋਈ ਉੱਥੇ ਸ਼ਾਂਤੀਪੂਰਵਕ ਦੇਖਣ ਵੀ ਜਾ ਰਹੇ ਨੇ, ਦਿੱਲੀ ਦੇ ਵਿੱਚ ਜਿਹੜੇ ਐਂਟਰ ਹੋਣਾ ਚਾਹੁੰਦੇ ਨੇ ਕਿਸਾਨ ਨੇ, ਆਪਣੇ ਹੀ ਦੇਸ਼ ਦੇ ਨੇ ਜੀ। ਜਿਹੜਾ ਅੰਨਦਾਤਾ ਸਭ ਤੋਂ ਅੱਜ ਮੇਨ ਜਿਹੜਾ ਕਿਸਾਨ ਆ, ਜਿਹਦਾ ਸਾਰਾ ਬੀਜਿਆ ਬੋਇਆ ਇਹ ਆਪਾਂ ਸਾਰੇ ਖਾਂਦੇ ਆ ਜੀ ਉੱਥੇ। ਇੱਕ ਲਖਵਿੰਦਰ ਜੀ ਦੱਸਿਓ ਜੀ, ਜਿੱਦਾਂ ਕਿਸਾਨਾਂ ਨੇ ਕਿਹਾ ਸੀਗਾ ਕਿ ਅਸੀਂ ਟਰੈਕਟਰ ਮਾਰਚ ਕਰਨਾ ਜੀ, ਬੜੇ ਦਿਨ ਪਹਿਲਾਂ ਅਨਾਉਂਸ ਕਰਤਾ ਸੀ। ਬਿਲਕੁਲ ਬਿਲਕੁਲ। ਕਿਉਂ ਨਹੀਂ ਭਾਰਤ ਸਰਕਾਰ ਨੇ ਉਹਨਾਂ ਨੂੰ ਕਿਹਾ ਯਾਰ 100,000 ਟਰੈਕਟਰ ਤੁਸੀਂ ਉਹਦੇ ਲੈ ਆਓ ਇੱਥੇ? ਜੀ 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 ਜੀ, ਬਿਲਕੁਲ। ਵਿੱਚੇ ਪਰੇਡ ਤੇ ਤੁਸੀਂ ਚੱਲੀ ਚੱਲੋ। ਬਿਲਕੁਲ ਜੀ, ਬਿਲਕੁਲ। ਹਾਂਜੀ, ਤੁਹਾਡਾ ਰੋਸ ਵੀ ਹੋ ਜਾਂਦਾ। ਜੀ ਜੀ ਜੀ, ਤੇ ਉਹ ਤੁਹਾਡੇ ਕੰਟਰੋਲ 'ਚ ਵੀ ਹੁੰਦੇ। ਕੰਟਰੋਲ 'ਚ ਵੀ ਹੁੰਦੇ ਜੀ, ਬਿਲਕੁਲ। ਤੁਹਾਡੇ ਕੰਟਰੋਲ 'ਚ ਮਤਲਬ ਪੁਲਿਸ ਦੇ ਜਾਂ ਫੌਜ ਦੇ ਕੰਟਰੋਲ 'ਚ ਹੀ ਹੋਣੇ ਸੀ ਨਾ ਉਹਨਾਂ ਜਦੋਂ ਮਾਰਚ ਕਰਨਾ ਸੀ। ਹੁਣ ਤੁਸੀਂ ਉੱਥੇ ਪੁਲਿਸ ਲਾਈ ਜਾਂਦੇ ਹੋ ਜੀ ਜੀ, ਤੇ ਇਹ ਪਹਿਲਾਂ ਗੱਲਾਂ ਦਾ ਧਿਆਨ ਕਿਉਂ ਨਹੀਂ ਦਿੰਦੇ? ਤੁਸੀਂ ਸਮਝਦੇ ਹੋ ਕਿ ਅਸੀਂ ਤਾਂ ਇਹਨਾਂ ਨੂੰ ਤਲਕਾ ਲੈਣਾ, ਅਸੀਂ ਤਾਂ ਡਰਾ ਲੈਣਾ, ਅਸੀਂ ਧਮਕਾ ਲੈਣਾ, ਅਸੀਂ ਤਾਂ ਇਹਨਾਂ ਨੂੰ ਬਲ 'ਚ ਲੈ ਲੈਣਾ। ਤਾਂ ਹੀ ਉਹ ਜਿਹੜੇ ਤਰੀਕ ਪੇ ਤਰੀਕ ਆ ਜਿਹੜੀ ਗੱਲ ਉਹ ਚੱਲਦੀ ਰਹੀ ਹੁਣ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਟਰਕਾਉਂਦੇ ਰਹੋ। ਠੀਕ ਹੈ ਜੀ, ਚਲੋ ਇਸ ਗੱਲ 'ਚ ਕੋਈ ਹਰਜ ਨਹੀਂ ਜੀ। ਉੱਥੋਂ ਦੀ ਪੁਲਿਸ ਨੂੰ ਪ੍ਰਬੰਧ ਕਰਨੇ ਚਾਹੀਦੇ ਜੀ, ਪਰ ਇਹ ਵੀ ਗੱਲ ਠੀਕ ਹੈ ਕਿ ਉਹ ਜੇ ਇਦਾਂ ਦੀ ਯੂਨੀਫਾਰਮ ਉਹਨਾਂ ਨੇ ਪਾਈ ਹੋਈ ਆ ਜਾਂ ਇਦਾਂ ਦੇ ਪ੍ਰਬੰਧ ਕੀਤੇ ਆ ਕਿ ਰਾਈਟਸ ਨਾ ਹੋ ਜਾਣ ਜੀ, ਇਹ ਵੀ ਚੰਗੀ ਗੱਲ ਹੈ, ਸ਼ਾਇਦ ਇਹ ਕਿਸਾਨਾਂ ਦੇ ਹੱਕ ਦੀ ਗੱਲ ਹੈ ਜੀ। ਪਰ ਇਹ ਨਾ ਹੋਵੇ, ਇਸ ਗੱਲੋਂ ਕਿਸਾਨਾਂ ਨੂੰ ਵੀ ਚੌਕਸ ਹੋਣ ਦੀ ਲੋੜ ਹੈ ਜੀ ਕਿ ਇਹ ਤੁਹਾਡੇ ਤੇ ਸਾਰੀ ਗੱਲ, ਤੁਹਾਡੇ ਤੇ ਜਿਹੜਾ ਇਹ ਬਲਬਾਜ਼ੀ ਜਿਹੜਾ ਉਹਦਾ ਪ੍ਰਯੋਗ, ਤਾਕਤ ਦਾ ਪ੍ਰਯੋਗ ਤੁਹਾਡੇ ਤੇ ਹੋ ਜਾਵੇ। ਠੀਕ ਹੈ ਜੀ, ਇਹਦੇ ਲਈ ਤੁਹਾਨੂੰ ਚੌਕਸ ਹੋਣ ਦੀ ਲੋੜ ਹੈ ਕਿਸਾਨਾਂ ਨੂੰ। ਠੀਕ ਹੈ ਜੀ, ਕਿਸਾਨਾਂ ਦਾ ਮੋਟਿਵ ਬੜਾ ਕਲੀਅਰ ਹੈ। ਉਹਨਾਂ ਦਾ ਕਿਸੇ ਲਾਲ ਕਿਲੇ ਵੱਲ ਨੂੰ ਜਾਣ ਦਾ ਮੋਟਿਵ ਨਹੀਂ ਹੈ ਕਿ ਜੇ ਰਾਜਪਥ ਤੇ ਜਾ ਕੇ ਪਰੇਡ ਕਰਨ ਦਾ ਮੋਟਿਵ ਨਹੀਂ। ਉਹਨਾਂ ਨੇ ਜਿਹੜਾ ਅਨਾਉਂਸਮੈਂਟ ਕੀਤੀ ਹੈ, ਪਹਿਲਾਂ ਵੀ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਇੱਕ ਰੈਲੀ ਦੀ, ਔਰ ਬੜੇ ਡਿਸਪਲਿਨ ਨਾਲ ਜੀ ਬਿਲਕੁਲ ਉਹ ਵਾਪਸ ਰੈਲੀ ਆਪਣੇ ਟਿਕਾਣੇ ਤੇ ਆ ਗਈ ਸੀ। ਇਹ ਵੀ ਆ ਜਾਊਗੀ, ਇਸ ਗੱਲ ਤੇ ਭਰੋਸਾ ਕਰਨਾ ਜੀ। ਬਿਲਕੁਲ, ਕਿਸਾਨ ਜਿਹਨੇ ਜਥੇਬੰਦੀ ਨੇ ਉਹਨਾਂ ਨੇ ਦਿੱਲੀ ਵਾਸੀਆਂ ਤੋਂ ਕਿਹਾ ਵੀ ਸਿਰਫ ਸਾਨੂੰ 4 ਘੰਟੇ ਚਾਹੀਦੇ ਨੇ ਰਿੰਗ ਰੋਡ ਦੇ ਉੱਤੇ, ਸਾਡਾ ਤੁਸੀਂ ਜਿਹੜਾ ਅਸੀਂ ਮਾਰਚ ਕਰਨਾ ਉਹ ਤੁਸੀਂ ਦੇਖਣ ਆ ਸਕਦੇ ਹੋ। 4 ਘੰਟੇ 'ਚ ਹੋ ਜਾਊ। ਬਿਲਕੁਲ, ਉਹ ਕਿਸਾਨ ਜਥੇਬੰਦੀਆਂ ਨੇ ਕਿਹਾ ਵੀ ਤੁਸੀਂ ਸਾਡੇ ਲਈ 4 ਘੰਟੇ ਹੀ ਕੱਢੋ, ਤੁਸੀਂ 4 ਘੰਟੇ ਲਈ ਸਾਡਾ ਜਿਹੜਾ ਇਹ ਦੇਖੋ, ਤੁਹਾਨੂੰ ਜਿਹੜੀ ਅਸਲੀਅਤ ਆ ਉਹ ਸਮਝ ਆ ਜਾਊਗੀ। ਕਿਉਂਕਿ ਹੁਣ ਜਿਹੜਾ ਤੁਹਾਡਾ ਕਹਿਣ ਤੋਂ ਮਤਲਬ ਵੀ 4 ਘੰਟੇ ਸੜਕ ਖਾਲੀ ਕਰ ਦਿਓ। ਹਾਂਜੀ, ਉਹ ਕਹਿੰਦੇ ਸਾਡਾ 4 ਘੰਟੇ ਦੇ ਵਿੱਚ ਪ੍ਰਧਾਨ ਮੰਤਰੀ ਨੇ ਆਵੇ ਤੇ 4 ਦਿਨ ਪਹਿਲਾਂ ਸੜਕ ਖਾਲੀ ਹੋ ਜਾਂਦੀ। ਨਹੀਂ, ਪ੍ਰਧਾਨ ਮੰਤਰੀ ਲਈ ਤਾਂ ਹੋ ਜਾਂਦੀ ਹੈ ਜੀ, ਉਹ ਤਾਂ ਲੀਡਰਾਂ ਲਈ ਤਾਂ ਕਿਸਾਨਾਂ ਲਈ ਤਾਂ ਇਹਨਾਂ ਨੂੰ ਖੁਦ ਚਾਹੀਦਾ ਕਹਿ ਦੇਣਾ ਵੀ ਇਹ ਅੱਜ ਤੁਸੀਂ ਇੱਥੇ ਜੀ ਤੁਹਾਡੀ ਸੜਕ ਹੈ। ਜੀ ਬਿਲਕੁਲ। ਨਾਲੇ ਉਹ ਜਿਹੜਾ ਰਿਸਟ੍ਰਿਕਟਡ ਏਰੀਆ ਜੀ ਉਧਰ ਤਾਂ ਜਾ ਹੀ ਨਹੀਂ, ਤੁਸੀਂ ਆਪਣਾ ਡੈਮੋਨਸਟ੍ਰੇਸ਼ਨ ਕਰੋ ਜੀ, ਸ਼ਾਂਤਮਈ ਕਰੋ, ਅਸੀਂ ਤੁਹਾਨੂੰ ਸਪੋਰਟ ਕਰਦੇ ਜੀ। ਸਗੋਂ ਪੁਲਿਸ ਨੂੰ ਉੱਥੇ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਤਾਂ ਕਿ ਕੋਈ ਬਾਹਰੋਂ ਸ਼ਰਾਰਤੀ, ਉਹ ਚਿੱਠੀ ਦੇ ਮੁਤਾਬਕ ਕੋਈ ਬਾਹਰੋਂ ਸ਼ਰਾਰਤੀ ਜਿਹੜਾ ਜਾਂ ਬੀਜੇਪੀ ਦਾ ਕੋਈ ਵੀ ਵਰਕਰ ਜਿਹੜਾ ਸ਼ਰਾਰਤ ਕਰਨ ਦਾ ਇਰਾਦਾ ਰੱਖਦਾ ਹੋਵੇ, ਉਹਨਾਂ ਨੂੰ ਉਹ ਰੋਕਣ ਸਗੋਂ। ਜੀ ਬਿਲਕੁਲ, ਇਹ ਜਿਹੜੀਆਂ ਸ਼ਰਾਰਤ ਵਾਲੀਆਂ ਘਟਨਾਵਾਂ ਨੇ ਉਹ ਵੀ ਲਗਾਤਾਰ ਹਰ ਰੋਜ਼ ਕੁਛ ਨਾ ਕੁਛ ਉੱਥੇ ਵਾਪਰਦਾ ਰਹਿੰਦਾ। ਕੱਲ ਇੱਕ ਉੱਥੇ ਬੰਦਾ ਫੜਿਆ ਹੈਗਾ ਜੀ, ਉਹ ਜਦੋਂ ਮਤਲਬ ਉਹ ਇਸ ਤਾਕ ਦੇ ਵਿੱਚ ਸੀ ਵੀ ਉਹਨੇ ਟਰਾਲੀਆਂ ਨੂੰ ਅੱਗ ਲਗਾਣੀ ਸੀ ਜੀ, ਤੇ ਉਹ ਬੰਦਾ ਮੰਨਿਆ ਵੀ ਮੈਨੂੰ ਇੱਕ ਟਰਾਲੀ ਦਾ 1 ਲੱਖ ਰੁਪਏ ਦਿੱਤਾ ਜਾਣਾ ਸੀਗਾ। ਮਤਲਬ ਕੋਝੀਆਂ ਜਿਹੜੀਆਂ ਹਰਕਤਾਂ ਨੇ ਉਹ ਚੱਲ ਰਹੀਆਂ ਨੇ ਵਿੱਚ। ਇਹ ਹਰਕਤਾਂ ਜਿਹੜੀਆਂ ਜੀ ਇਹ ਬਹੁਤਾ ਚਿਰ ਨਹੀਂ ਚੱਲਦੀਆਂ ਹੁੰਦੀਆਂ ਜੀ ਬਿਲਕੁਲ। ਔਰ ਇਹ ਤੋਂ ਤੁਹਾਡੀ ਗੱਲ ਤੋਂ ਲੱਗਦਾ ਕਿ ਕਿਸਾਨ ਉੱਥੇ ਕਿੰਨੇ ਚੌਕਸ ਹੈ ਜੀ। ਬਿਲਕੁਲ, ਜਿੰਨੇ ਨੌਜਵਾਨ ਨੇ ਕਿਸਾਨ ਨੇ ਹਰ ਇੱਕ ਬੰਦਾ ਆਪਣੀ ਜ਼ਿੰਮੇਵਾਰੀ ਸਮਝਦਾ। ਜਿਹੜੇ ਰਾਤ ਨੂੰ ਜੇ ਪੈ ਵੀ ਜਾਂਦਾ ਠੀਕਰੀ ਪਹਿਰਾ ਲੱਗਦਾ, ਕੋਈ ਬਾਹਰਲਾ ਬੰਦਾ ਨਾ ਫੜੇ। ਕਿੰਨੇ ਹੀ ਪੁਲਿਸ ਕਰਮਚਾਰੀ ਜਿਹੜੇ ਡਰਿੰਕ ਕਰਦੇ ਫੜੇ ਗਏ ਨੇ, ਜਾਂ ਉੱਥੇ ਕੋਈ ਸਮਾਨ ਵੇਚਣ ਆਇਆ, ਸ਼ਰਾਬ ਵੇਚਣ ਦੀ ਗੱਲ, ਨਸ਼ਾ ਵੇਚਣ ਦੀ ਗੱਲ। ਪੁਲਿਸ ਨੂੰ ਔਰ ਇੱਕ ਹੋਰ ਦੇਖੋ ਜੀ, ਜਿਹੜੀ ਸਿਆਣੀ ਗੱਲ ਆ ਜੀ, ਅੱਜ ਤੱਕ ਜੇ ਕੋਈ ਬੰਦਾ ਫੜਿਆ ਨਾ ਜੀ, ਕਿਸਾਨਾਂ ਨੇ ਫੜਿਆ ਜਾਂ ਨੌਜਵਾਨਾਂ ਨੇ ਫੜਿਆ, ਕਿਸੇ ਦੀ ਕੁੱਟਮਾਰ ਨਹੀਂ ਕੀਤੀ, ਪੁਲਿਸ ਨੂੰ ਫੜਾਤਾ, ਪੁਲਿਸ ਨੂੰ ਫੜਾਇਆ ਗਿਆ, ਬਕਾਇਦਾ ਕੈਮਰੇ ਸਾਹਮਣੇ ਪੁਲਿਸ ਨੂੰ ਫੜਾਇਆ ਗਿਆ ਜੀ। ਇਹ ਦੇਖੋ ਜੀ, ਉਹਨਾਂ ਦਾ ਬੜਾ ਡਿਸਪਲਿਨ ਆ, ਇਸ ਗੱਲ ਦੀ ਸ਼ਲਾਘਾ ਕਰਨੀ ਚਾਹੀਦੀ, ਪ੍ਰੇਜ਼ ਕਰਨੀ ਚਾਹੀਦੀ। ਉਹਨਾਂ ਦਾ ਇਹ ਡਿਸਪਲਿਨ ਜਿਹੜਾ ਹੈਗਾ ਵਾ, ਉਹਨੇ ਦੁਨੀਆ ਨੂੰ ਦੱਸ ਦਿੱਤਾ ਕਿ ਅੰਦੋਲਨ ਚਲਾਏ ਕਿਵੇਂ ਜਾਂਦੇ। ਜੀ ਬਿਲਕੁਲ। ਹੁੱਲੜਬਾਜੀ ਜ਼ਰੂਰੀ ਨਹੀਂ ਹੈ ਕਿ ਅੰਦੋਲਨ ਦਾ ਪਾਰਟ ਹੋਵੇ। ਜੀ ਬਿਲਕੁਲ।
ਭੰਨ ਤੋੜ ਜਿਹੜੀ ਹੈ ਉਹ ਜ਼ਰੂਰੀ ਨਹੀਂ ਹੈ ਕਿਸੇ ਅੰਦੋਲਨ ਦਾ ਪਾਰਟ ਹੋਵੇ ਜੀ। ਜਿਸ ਅੰਦੋਲਨ ਦੇ ਵਿੱਚ ਕੋਈ ਭੰਨ ਤੋੜ ਨਹੀਂ ਹੋਈ, ਕੋਈ ਹੁੱਲੜਬਾਜ਼ੀ ਨਹੀਂ ਹੋਈ, ਕੋਈ ਗਾਲੀ ਗਲੋਚ ਨਹੀਂ ਹੋਇਆ, ਕੋਈ ਅਜਿਹੇ ਨਾਅਰੇਬਾਜ਼ੀ ਨਹੀਂ ਹੋਈ ਜੀ ਬਿਲਕੁਲ ਜਿਹੜੀ ਦੇਸ਼ ਦੇ ਖਿਲਾਫ ਹੋਵੇ, ਇਹ ਪਹਿਲਾ ਅੰਦੋਲਨ ਹੈ। ਔਰ ਇਸ ਅੰਦੋਲਨ ਦੀ ਇਹ ਇੱਕ ਖੂਬਸੂਰਤੀ ਹੈ ਜਿਹੜੀ ਕਾਇਮ ਰਹਿਣੀ ਚਾਹੀਦੀ ਹੈ ਜੀ। ਅਸੀਂ ਖੁਦ ਇਹ ਚਾਹੁੰਦੇ ਹਾਂ ਕਿ ਕਿਸਾਨ ਹੋਰ ਵਿਜੀਲੈਂਟ ਹੋਰ ਚੌਕਸ ਹੋਣ, ਹੋਰ ਹੁਸ਼ਿਆਰ ਹੋਣ ਔਰ ਆਪਣੀ ਜ਼ਿੰਮੇਵਾਰੀ ਉਹ ਬਖੂਬੀ ਨਿਭਾ ਸਕਣ। ਇਹ ਉਹਨਾਂ ਵਾਸਤੇ ਵੀ ਬਹੁਤ ਵੱਡਾ ਚੈਲੰਜ ਹੈ ਜੀ ਬਿਲਕੁਲ। ਔਰ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਆਪਦੇ ਮਨਸੂਬੇ ਬਣਾਏ ਹੋਏ ਆ, ਪੈਰ ਪੈਰ ਤੇ ਝੂਠ ਬੋਲਣਾ, ਪੈਰ ਪੈਰ ਤੇ ਗੱਲ ਕਰਕੇ ਮੁੱਕਰ ਜਾਣਾ ਔਰ ਫਿਰ ਬਾਰ-ਬਾਰ ਮੀਟਿੰਗਾਂ ਦਾ ਪ੍ਰਬੰਧ ਕਰਨਾ, ਕਦੀ ਸੁਪਰੀਮ ਕੋਰਟ ਦੇ ਵਿੱਚ, ਕਦੀ ਆਪ ਸਿੱਧੇ ਤੌਰ ਤੇ ਗੱਲ ਕਰਨੀ, ਇਹ ਸਾਰਾ ਕੁਝ ਬਣਤਰ ਜਿਸ ਤਰੀਕੇ ਦੀ ਬਣਾਈ ਜਾ ਰਹੀ ਸਰਕਾਰ ਵੱਲੋਂ, ਸਰਕਾਰ ਦੀ ਬਖਲਾਹਟ ਸਾਫ਼ ਨਜ਼ਰ ਆ ਰਹੀ ਹੈ। ਬਿਲਕੁਲ। ਕਿਸਾਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਜੀ ਜਿਹੜੀਆਂ ਵੱਖੋ-ਵੱਖਰੀ ਮੀਟਿੰਗਸ ਹੋਈਆਂ ਇਹਨਾਂ ਦੀ, ਕਿਉਂਕਿ ਕਿਸਾਨਾਂ ਨੇ ਉੱਥੇ ਰਿਕੁਐਸਟ ਕੀਤੀ ਸੀ ਵੀ ਇਹਦੀਆਂ ਰਿਕਾਰਡਿੰਗਸ ਕੀਤੀਆਂ ਜਾਣ। ਹੁਣ ਕੱਲ ਕੁਝ ਮੀਟਿੰਗ ਦੇ ਵਿੱਚ ਇਹ ਵੀ ਕਿਹਾ ਗਿਆ ਵੀ ਜਿਹੜੀਆਂ 3 ਤਰੀਕ ਦੀ ਜਿਹੜੀ ਮੀਟਿੰਗ ਹੋਈ ਸੀ ਵੀ ਉਹਨੂੰ ਬਕਾਇਦਾ ਤੁਸੀਂ ਪਬਲਿਕਲੀ ਉਹਨੂੰ ਆਪਣਾ ਉਹ ਕਰੋ ਜੀ, ਉਹਦਾ ਚੈਨਲ ਤੇ ਕਿਸੇ ਤੇ ਦਿਖਾਓ ਤਾਂ ਕਿ ਅਸੀਂ ਜੋ ਗੱਲਾਂ ਉੱਥੇ ਬਿੰਦੂ ਦਰ ਬਿੰਦੂ ਜਿਹੜੀ ਕਹਿੰਦੇ ਨੇ ਵੀ ਸਾਡੇ ਨਾਲ ਸਟੈਪ ਬਾਈ ਸਟੈਪ ਪੁਆਇੰਟ ਗੱਲ ਕਰੋ, ਉਹ ਅਸੀਂ ਸਾਰੀਆਂ ਗੱਲਾਂ ਕਹਿੰਦੇ ਅਸੀਂ ਕਲੀਅਰ ਕਰ ਚੁੱਕੇ ਹਾਂ ਸਰਕਾਰ ਨਾਲ। ਵਾਰੀ ਮਤਲਬ ਪੁਆਇੰਟ ਬਾਈ ਪੁਆਇੰਟ ਗੱਲ ਨਹੀਂ ਕੀਤੀ ਜਾ ਸਕਦੀ, ਸਾਰੀਆਂ ਗੱਲਾਂ ਖੁੱਲ ਕੇ ਹੋਈਆਂ ਨੇ, ਬਕਾਇਦਾ ਉਹਦੀ ਰਿਕਾਰਡਿੰਗ ਨਹੀਂ। ਸਰਕਾਰ ਤਾਂ ਇਹ ਪੱਖ ਤਾਂ ਬੇਈਮਾਨੀ ਵਾਲਾ ਜੀ। ਉਹ ਜਦੋਂ ਮੀਟਿੰਗ ਸ਼ੁਰੂ ਹੁੰਦੀ ਉੱਥੋਂ ਨਵੇਂ ਸਿਰੋਂ ਸ਼ੁਰੂ ਕਰ ਦਿੰਦੇ ਔਰ ਉਸੇ ਪੁਆਇੰਟ ਤੋਂ ਜਿਹੜੀ ਗੱਲ ਪਿਛਲੀ ਮੀਟਿੰਗ ਹੋਈ ਆ ਉਹੀ, ਜਿਹੜੀ ਉਦੋਂ ਪਹਿਲਾਂ ਹੋਈ ਉਹੀ, ਬਾਰ-ਬਾਰ ਜਿਹੜੀਆਂ ਮੀਟਿੰਗਾਂ ਹੋਈਆਂ ਉਹਨਾਂ ਤੇ ਏਜੰਡੇ ਬਦਲੇ ਨਹੀਂ, ਏਜੰਡੇ ਉਹੀ ਰਹੇ ਹੈਗੇ। ਆ ਪਿਛਲੀ ਮੀਟਿੰਗ ਦੇ ਜ਼ਰੂਰ ਏਜੰਡਾ ਉਹਨਾਂ ਨੇ ਇਹ ਕਹਿਤਾ, ਉਹ ਵੀ ਮੈਂ ਸਮਝਦਾ ਕਿ ਚੋਗਾ ਪਾਉਣ ਵਾਲੀ ਗੱਲ ਸੀ, ਇੱਕ ਫੁੱਟ ਪਾਉਣ ਵਾਲੀ ਗੱਲ ਸੀ, ਫੁੱਟ ਪਾਉਣ ਵਾਲੀ ਗੱਲ ਸੀ ਵੀ ਇਹਨਾਂ ਨੂੰ ਇੱਕ ਫੁੱਟ ਦਾ ਇੱਕ ਇਸ਼ੂ ਦੇ ਦਿਓ ਵੀ ਚਲੋ ਜੀ ਅਸੀਂ ਸਾਲ ਖੰਡ ਗਾਂਹ ਭਰ ਦਿੰਦੇ ਆ, ਸਾਲ ਕਿਹਾ ਫਿਰ 1.5 ਸਾਲ ਕਹਿਤਾ, ਫਿਰ ਦੱਬੀ ਜ਼ਬਾਨਾਂ 2 ਸਾਲ ਵੀ ਕਹਿ ਦਿੱਤੇ ਵੀ ਸ਼ਾਇਦ 1.5-2 ਸਾਲ ਵੀ ਸ਼ਾਇਦ ਇਹਨਾਂ 'ਚ ਫੁੱਟ ਪੈ ਜੂ। ਕੁਛ ਕਹਿਣਗੇ ਹਾਂਜੀ ਸਰਕਾਰ ਦੇਖੋ ਜੀ ਮੰਨਦੀ ਪਈ ਹੈ, ਤੇ ਕੁਛ ਅੜਨਗੇ ਵੀ ਨਹੀਂ ਸਰਕਾਰ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਚੰਗੀ ਗੱਲ ਇਹ ਹੋਈ ਆ ਕਿ ਕਿਸਾਨ ਇਕਜੁੱਟ ਹੈ। ਉਹ ਫੈਸਲਾ ਕੀ ਲੈਂਦੇ ਉਹ ਲੈਂਦੇ ਫੈਸਲਾ ਵੀ ਨਹੀਂ ਅਸੀਂ ਮੰਨਣਾ ਤਾਂ ਉਹਨਾਂ ਦੀ ਮਰਜ਼ੀ, ਜੇ ਉਹ ਫੈਸਲਾ ਲੈਂਦੇ ਆ ਕਿ ਅਸੀਂ ਮੰਨ ਜਾਣਾ ਇਹ ਉਹਨਾਂ ਦੀ ਮਰਜ਼ੀ। ਪਰ ਸਭ ਤੋਂ ਵੱਡੀ ਗੱਲ ਹੈ ਕਿ ਇਕਜੁੱਟਤਾ ਹੈ। ਇਕਜੁੱਟਤਾ ਦਾ ਜਿਹੜਾ ਫੈਸਲਾ ਉਹਨਾਂ ਨੇ ਲਿਆ। ਇੱਕ ਹੋਰ ਦੇਖੋ ਨਵੀਂ ਗੱਲ ਮੈਂ ਜਿਹੜੀ ਆਪ ਟੀਵੀ ਦੇ ਮੋਹਰੇ ਬੈਠ ਕੇ ਵੇਖੀ ਉਹ ਇਹ ਸੀਗੀ ਜੀ, ਜਦੋਂ ਕਿਸਾਨਾਂ ਦੀ ਮੀਟਿੰਗ ਖਤਮ ਹੋਈ ਤੇ ਉਦੋਂ ਸਾਡੇ ਵਿਨੀਪੈਗ ਦੇ ਵਿੱਚ 10 ਵਜੇ ਸੀ, ਇਹਦਾ ਮਤਲਬ ਇੰਡੀਆ 'ਚ 9:30 ਸੀ, 9:30 ਰਾਤ ਦੇ, ਇੱਥੇ 10 ਸਵੇਰ ਦੇ ਸੀ, 11.5 ਘੰਟੇ ਦਾ ਟਾਈਮ ਦਾ ਫਰਕ ਹੈਗਾ। ਔਰ 9:30 ਵਜੇ ਜਦੋਂ ਉੱਥੋਂ ਦੀ ਮੀਟਿੰਗ ਖਤਮ ਹੋਈ ਜੀ ਤੇ ਕਿਸਾਨਾਂ ਨੇ ਮੀਟਿੰਗ ਵਾਲੇ ਰੂਮ ਤੋਂ ਬਾਹਰ ਆਏ ਜਦੋਂ ਤੇ 2-3-4 ਕਿਸਾਨਾਂ ਨੂੰ ਮੀਡੀਆ ਵਾਲਿਆਂ ਨੇ ਪੁੱਛਿਆ ਜੀ ਕੀ ਹੋਇਆ, ਉਹ ਕਹਿੰਦੇ ਨੋ ਕਮੈਂਟ। ਇੱਕ ਵਾਰੀ ਮੈਂ ਵੀ ਘਬਰਾ ਗਿਆ ਵੀ ਨੋ ਕਮੈਂਟ ਕਿਉਂ ਕਹਿ ਰਹੇ ਹੈ ਬਿਲਕੁਲ, ਇਹਦੇ ਪਿੱਛੇ ਕੀ ਰੀਜ਼ਨ ਹੋ ਸਕਦਾ। ਫਿਰ ਵਿੱਚੋਂ ਇੱਕ ਨੇ ਕਿਹਾ ਕਿ ਰਾਜੇਵਾਲ ਸਾਹਿਬ ਬਿਆਨ ਦੇਣ। ਬਿਲਕੁਲ। ਰਾਜੇਵਾਲ ਸਾਹਿਬ ਨੂੰ ਬਾਹਰ ਆਉਂਦਿਆਂ 5-7 ਮਿੰਟ ਲੱਗ ਗਏ, 10 ਹੀ ਲੱਗ ਗਏ। 10 ਮਿੰਟਾਂ ਬਾਅਦ ਆ ਕੇ ਉਹਨਾਂ ਨੇ ਬਹੁਤ ਹੀ ਧਿਆਨ ਨਾਲ ਕਿਹਾ ਵੀ ਜਵਾਨੋ ਤੁਸੀਂ ਆਪਸ ਵਿੱਚ ਕੋਈ ਧੱਕਾ ਮੁੱਕੀ ਨਾ ਹੋ, ਮੈਂ ਤੁਹਾਨੂੰ ਗੱਲ ਜਿਹੜੀ ਕਹਿਣੀ ਉਹ ਸਾਰੇ ਮੀਡੀਆ ਨੂੰ ਕਹਿਣੀ ਆ, ਕਿਸੇ ਇੱਕ ਨੂੰ ਨਹੀਂ ਕਹਿਣੀ, ਤੇ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ। ਜਿੰਨਾ ਤੁਸੀਂ ਚੁੱਪ ਕਰਕੇ ਸੁਣ ਲਓਗੇ ਉਹਨਾਂ ਨਾਲ ਇੱਕ ਗੱਲ ਉਹਨਾਂ ਨੇ ਪਹਿਲਾਂ ਕਹਿਤੀ ਸੀ ਜੀ, ਨਾ ਅਸੀਂ ਪ੍ਰੈਸ ਕਾਨਫਰੰਸ ਇਹ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕਰਨੀ ਹੈ, ਨਾ ਅਸੀਂ ਬਾਅਦ ਚ ਕਰਨੀ, ਪਰ ਹਾਂ ਬਿਆਨ ਜ਼ਰੂਰ ਦਿਆਂਗੇ। ਬਿਆਨ ਉਹਨਾਂ ਦੇ ਦਿੱਤਾ ਕਿ ਦਿੱਲੀ ਦੀ ਜਿਹੜੀ ਰੈਲੀ ਹੈ ਟਰੈਕਟਰ ਰੈਲੀ 26 ਜਨਵਰੀ ਵਾਲੀ ਉਹ ਹੋਣੀ ਆ। ਬਿਲਕੁਲ। ਉਸ ਸੰਬੰਧ ਵਿੱਚ ਮੀਟਿੰਗ 'ਚ ਚਰਚਾ ਅਸੀਂ ਕੀਤੀ ਆ, ਵਿਚਾਰ ਵਟਾਂਦਰਾ ਦਾ ਕੀਤਾ ਵਾ, ਪ੍ਰਬੰਧ ਅਸੀਂ ਪੂਰੇ ਕਰ ਲਏ ਆ। ਜਿਹੜੀ ਥੋੜੀ ਬਹੁਤੀ ਕਸਰ ਰਹਿੰਦੀ ਅਸੀਂ ਜਾਈ ਡੰਗ ਦੀ ਉਹ ਵੀ ਕੰਪਲੀਟ ਕਰ ਲਾਂਗੇ। ਬਿਲਕੁਲ। ਦੂਜਾ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਸਰਕਾਰ ਦੀ ਪ੍ਰਪੋਜ਼ਲ ਜਿਹੜੀ ਸੀ ਉਹ ਰੱਦ ਕਰ ਦਿੱਤੀ। ਬਿਲਕੁਲ। ਰੱਦ ਕਰਕੇ ਇਹਨਾਂ ਕਹਿ ਕੇ ਰਾਜੇਵਾਲ ਸਾਹਿਬ ਪਾਸੇ। ਬਿਲਕੁਲ। ਬਹੁਤ ਜਿਹੜੇ ਪੱਤਰਕਾਰ ਸੀ ਉਹਨਾਂ ਤੋਂ ਕੁਐਸਚਨ ਪੁੱਛਣ ਦੀ ਕੋਸ਼ਿਸ਼ ਕਰ ਰਹੇ ਸੀ, ਉਹਨਾਂ ਨੇ ਕਹਿਤਾ ਸੀ ਪ੍ਰੈਸ ਕਾਨਫਰੰਸ ਨਹੀਂ ਹੋਣੀ, ਮੈਂ ਤੁਹਾਨੂੰ ਦੱਸ ਦਿੱਤਾ ਕਿ ਆਹ ਸਾਡਾ ਫੈਸਲਾ ਹੈ। ਸੋ ਮਤਲਬ ਜਿਹੜਾ ਉਹ ਇਹ ਜਿਹੜੀ ਸਰਕਾਰ ਦੀ ਪ੍ਰਪੋਜ਼ਲ ਸੀਗੀ ਜਾਂ ਸਰਕਾਰ ਦੀ ਨੀਅਤ, ਖੋਟੀ ਨੀਅਤ ਸੀਗੀ ਕਿ ਅਸੀਂ ਇਹਨਾਂ ਨੂੰ ਪਾੜ ਦਿਆਂਗੇ, ਅਸੀਂ ਇਹਨਾਂ 'ਚ ਫੁੱਟ ਪਾ ਦਿਆਂਗੇ, ਉਹ 'ਚੋਂ ਕਾਮਯਾਬ ਨਹੀਂ ਹੋ ਸਕਦਾ। ਬਿਲਕੁਲ। ਹੁਣ ਕੈਸਰਾਈਆਂ ਲਗਾਈ ਜਾ ਰਹੀਆਂ ਨੇ, ਜਿਹੜੀ ਨੈਕਸਟ ਮੀਟਿੰਗ ਆ ਦੇਖੋ ਕਿਸਾਨ ਜਾ ਰਹੇ ਨੇ, ਕਿਸਾਨ ਜਥੇਬੰਦੀਆਂ ਜਾ ਰਹੀਆਂ ਨੇ ਵੀ ਸਰਕਾਰ ਵੱਲੋਂ ਕੱਲ ਨੂੰ ਸਾਨੂੰ ਇਹ ਕੋਈ ਕੱਲ ਦੀ ਮੀਟਿੰਗ 'ਚ ਫੇਰ ਜਾਣਾ। ਬਿਲਕੁਲ ਜਾਣਾ। ਉਹ ਹੁਣ ਸੁਣਨ ਦੇ ਵਿੱਚ ਆ ਰਿਹਾ ਜੀ ਵੀ ਹੋ ਸਕਦਾ ਉਹ ਕਹਿ ਰਹੇ ਵੀ ਅਸੀਂ 3 ਸਾਲ ਕਰ ਦਿੰਦੇ ਇਹਨੂੰ, ਮਤਲਬ ਉਹ ਕਾਨੂੰਨ ਨੂੰ ਮਤਲਬ ਪੋਸਟਪੋਨ ਕਰਨਾ ਚਾਹੁੰਦੇ ਨੇ। 3 ਦੇ ਚਾਹੇ ਉਹਨਾਂ ਤੋਂ 7 ਕਹਾ ਲਓ ਜੀ, ਉਹ 7 ਵੀ ਕਹਿਣ ਨੂੰ ਤਿਆਰ ਹੋ ਜਾਓ ਵੀ 7 ਸਾਲ। ਵਿਸ਼ਵਾਸ ਕੌਣ ਕਰੂਗਾ ਜੀ। ਬਿਲਕੁਲ। ਸਰਕਾਰ ਜਿਹੜੇ ਕਿਸਾਨ ਜਥੇਬੰਦੀ ਉਹ ਕਹਿ ਰਹੇ ਨੇ ਵੀ ਇਹਨੂੰ ਖਤਮ ਹੀ ਕਰੋ, ਨਵੇਂ ਸਿਰੋਂ ਬੈਠਾਂਗੇ, ਨਵੇਂ ਸਿਰੋਂ ਜੋ ਪ੍ਰਪੋਜ਼ਲਾਂ ਬਣਾਉਣੀਆਂ ਨਾ ਬਣਾਈਆਂ ਜਾਣ। ਮੈਂ ਅੱਗੇ ਵੀ ਇੱਕ ਗੱਲ ਕੀਤੀ ਸੀ ਜੀ, ਇੱਕ ਜਸਟਿਸ ਪੁਰਾਣੇ ਹੋਏ ਆ ਤਾਰ ਕੁੰਡੇ, ਉਹਨਾਂ ਨੇ ਕਿਹਾ ਸੀਗਾ, ਕਹਿੰਦੇ ਦੇਖੋ ਮੈਂ ਤੁਹਾਨੂੰ ਇੱਕ ਬੜੀ ਨੇਕ ਰਾਏ ਦਿੰਦਾ, ਆਪਣੇ ਤਜਰਬੇ ਨਾਲ ਦਿੰਦਾ, ਮੈਂ ਇੰਨਾ ਸਾਲ
ਜੱਜ ਰਿਹਾ, ਪਹਿਲਾਂ ਵਕੀਲ ਰਿਹਾ, ਫਿਰ ਮੈਂ ਜੱਜ ਰਿਹਾ, ਸੁਪਰੀਮ ਕੋਰਟ ਦੇ ਵਿੱਚ ਰਿਹਾ ਹੈਗਾ, ਮੈਨੂੰ ਇਹਨਾਂ ਗੱਲਾਂ ਦਾ ਤਜਰਬਾ ਹੈਗਾ। ਤੁਸੀਂ ਸਰਕਾਰ ਨੂੰ ਉਹਨੇ ਕਿਹਾ ਕਿ ਇਹ ਤੁਸੀਂ ਕਾਨੂੰਨ ਵਾਪਸ ਲੈ ਲਓ, ਤੁਹਾਡੇ ਤੋਂ ਗਲਤੀ ਹੋ ਗਈ ਹੈ। ਗਲਤੀ ਮੰਨ ਲੈਣਾ ਕੋਈ ਗੁਨਾਹ ਨਹੀਂ ਹੈ, ਗਲਤੀ ਤੇ ਅੜੇ ਰਹਿਣਾ ਗੁਨਾਹ ਹੈ। ਤੁਸੀਂ ਇਹ ਕਾਨੂੰਨ ਵਾਪਸ ਲੈ ਲਓ, ਉਸ ਤੋਂ ਬਾਅਦ ਤੁਸੀਂ ਇਹਨਾਂ ਦੇ ਸੰਬੰਧੀ ਕੋਈ ਕਮੇਟੀ ਬਣਾਵੋ ਜਿਸ 'ਚ ਤੁਸੀਂ ਵਾਕਿਆ ਸੱਚੀ ਮੁੱਚੀ ਜਿਹੜੇ ਨਿਰਪੱਖ ਹੈਗੇ ਆ, ਅਰਥ ਸ਼ਾਸਤਰੀ ਹੈਗੇ ਆ, ਜਾਂ ਖੇਤੀਬਾੜੀ ਦੇ ਮਾਹਰ ਹੈਗੇ ਆ, ਖੇਤੀਬਾੜੀ ਨਾਲ ਸੰਬੰਧਿਤ ਯੂਨੀਅਨਾਂ ਦੇ ਨੁਮਾਇੰਦੇ ਹੈਗੇ ਆ, ਸਰਕਾਰ ਦੇ ਨੁਮਾਇੰਦੇ ਵੀ ਰਲ ਮਿਲ ਕੇ ਕਮੇਟੀ ਬਣਾ ਲਓ। ਉਹ ਕਮੇਟੀ 2 ਮਹੀਨਿਆਂ ਨੂੰ ਰਿਪੋਰਟ ਦੇ ਦੇਵੇ, 4 ਨੂੰ ਦੇ ਦੇਵੇ, 6 ਨੂੰ ਦੇ ਦੇਵੇ, 2 ਸਾਲਾਂ ਨੂੰ ਦੇ ਦੇਵੇ, ਉਦੋਂ ਕਾਨੂੰਨ ਬਣਾ ਲਈਓ। ਬਿਲਕੁਲ। ਔਰ ਲੋਕਾਂ ਦੀ ਰਾਏ ਨਾ ਬਣਾਓ। ਸੋ ਮਤਲਬ ਇਹ ਗੱਲ ਉਹਦੇ ਇੱਕ ਜਸਟਿਸ ਹੋਣ ਦੇ ਨਾਤੇ, ਪੁਰਾਣੇ ਤਜਰਬੇਕਾਰ ਹੋਣ ਦੇ ਨਾਤੇ ਇਹ ਗੱਲ ਕਹੀ ਸੀਗੀ। ਸਰਕਾਰ ਉਹਦੀ ਗੱਲ ਤੇ ਗੌਰ ਨਹੀਂ ਕਰ ਰਹੀ, ਗੱਲ ਨੂੰ ਗੌਲਦੀ ਨਹੀਂ, ਕੰਨਾਂ ਤੇ ਜੂੰ ਨਹੀਂ ਸਰਕਦੀ ਸਰਕਾਰ ਦੇ। ਪਰ ਇਹ ਜਿਹੜੀ ਪ੍ਰਕਿਰਿਆ ਤੇ ਹੁਣ ਅੰਦੋਲਨ ਸ਼ੁਰੂ ਹੋਇਆ ਨੇ, ਚੱਲ ਰਿਹਾ ਵਾ ਕਿ ਸਰਕਾਰ ਜਿਹੜੀ ਆ ਉਹ ਕਦੀ ਕੋਈ ਬਿਆਨ, ਹੁਣ ਪਹਿਲਾਂ ਸਾਲ ਦੀ ਗੱਲ, ਫਿਰ 1.5 ਦੀ, ਫਿਰ 2 ਦੀ, ਜਿੱਦਾਂ ਹੁਣ ਤੁਸੀਂ ਕਨਸੋ ਦਿੱਤੀ ਹੈ, ਸ਼ਾਇਦ 3 ਦੀ ਗੱਲ ਹੋਵੇ। ਮੈਨੂੰ ਤਾਂ ਹੋਰ ਲੱਗਦਾ ਜੀ ਕਿ 26 ਤਰੀਕ ਤੋਂ ਪਹਿਲਾਂ ਪਹਿਲਾਂ ਸਰਕਾਰ ਇਹ ਕਹੂਗੀ ਹਥਿਆਰ ਸੁੱਟ ਦਊਗੀ। ਜੇ ਹਥਿਆਰ ਨਾ ਵੀ ਸੁੱਟੇ ਤੇ ਕਿਸਾਨਾਂ ਨੇ ਹਥਿਆਰ ਨਹੀਂ ਸੁੱਟਣਾ। ਬਿਲਕੁਲ। ਕਿਸਾਨਾਂ ਨੇ ਕਿਹਾ ਵੀ ਕੋਈ ਕਿਸਾਨ ਜਿੰਨੇ ਵੀ ਜਥੇਬੰਦੀਆਂ ਨੇ ਵਾਰੀ ਜਿੰਨੇ ਵੀ ਉੱਥੇ ਨੌਜਵਾਨ ਜਾਂ ਹੋਰ ਵੀ ਕਿਸਾਨ ਜਾ ਰਹੇ ਨੇ, ਉਹ ਕਹਿੰਦੇ ਕੋਈ ਆਖਰੀ ਨਹੀਂ ਹੈਗਾ ਇਹ 26 ਜਨਵਰੀ ਕੋਈ ਆਖਰੀ ਦਿਨ ਨਹੀਂ ਹੈ। ਇਸ ਤੋਂ ਬਾਅਦ ਕਿਹੜਾ 26 ਜਨਵਰੀ ਤੱਕ ਇਤਿਹਾਸਕ ਦਿਨ ਆ ਜਿੱਥੇ ਅਸੀਂ ਟਰੈਕਟਰ ਰੈਲੀ ਕਰਨੀ ਆ, ਅਸੀਂ ਆਪਦਾ ਜਿਹੜਾ ਗਣਤੰਤਰ ਦਿਵਸ ਅਸੀਂ ਵੀ ਮਨਾਉਣਾ, ਸਾਡਾ ਵੀ ਹੱਕ ਬਣਦਾ, ਹਰ ਇੱਕ ਬੰਦੇ ਦਾ ਰਾਈਟ ਬਣਦਾ। ਬਿਲਕੁਲ। ਉਦੋਂ ਪਹਿਲਾਂ ਆਪਾਂ ਬਾਹਰ ਬੈਠੇ ਵੀ ਤਾਂ ਆਪਾਂ ਕਰਦੇ, 15 ਅਗਸਤ ਮਨਾਉਂਦੇ ਆ। ਉਦੋਂ ਪਹਿਲਾਂ 23 ਤਰੀਕ ਨੂੰ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਆਉਣਾ ਜੀ, ਉਹ ਵੀ ਇਸੇ ਤਰੀਕੇ ਨਾਲ ਮਨਾਇਆ ਜਾਣਾ ਹੈਗਾ ਵਾ। ਫਿਰ 26 ਜਨਵਰੀ ਦੀ ਗੱਲ ਆ, ਮਹਿਲਾ ਦਿਵਸ ਮਨਾਇਆ ਗਿਆ ਜੀ। ਹਾਂਜੀ, ਮਹਿਲਾ ਦਿਵਸ ਮਨਾਇਆ ਗਿਆ 18 ਤਰੀਕ ਨੂੰ। ਉਸ ਤੋਂ ਪਹਿਲਾਂ, ਉਸ ਤੋਂ ਬਾਅਦ 26 ਜਨਵਰੀ ਤੋਂ ਬਾਅਦ ਕਿਹੜਾ ਦਿਨ ਮੁੱਕ ਗਿਆ? ਬਿਲਕੁਲ। ਹਾਂਜੀ, ਵੀ ਆਖਰੀ ਦਿਨ ਆ 26 ਦੀ, ਗਾਂ 27 ਹੋਣੀ ਨਹੀਂ। ਕਹਿੰਦੇ ਕੋਈ ਨਾ ਕੋਈ ਦਿਨ ਜਿਹੜਾ ਟਾਰਗੇਟ ਫਿਰ ਫਿਕਸ ਕੀਤਾ ਜਾ ਸਕਦਾ। ਸਾਡਾ ਇਤਿਹਾਸ ਤਾਂ ਭਰਿਆ ਪਿਆ, ਹਰ ਰੋਜ਼ ਨਵਾਂ ਦਿਨ ਹੈ, ਕਿਸੇ ਗੁਰੂ ਦਾ, ਕਿਸੇ ਪੀਰ ਦਾ, ਕਿਸੇ ਪੈਗੰਬਰ ਦਾ, ਕਿਸੇ ਇਸ਼ਟ ਦਾ, ਕਿਸੇ ਦੇਵੀ ਦੇਵਤੇ ਦਾ ਦਿਨ ਹਰ ਰੋਜ਼ ਹੁੰਦਾ। ਠੀਕ ਹੈ ਜੀ। ਬਹੁਤ ਸਾਰੇ ਕੌਮੀ ਪਰਵਾਨੇ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਇਆ, ਆਪਣੇ ਬਲੀਦਾਨ ਦਿੱਤੇ, ਹੁਕਤੀ ਦਿੱਤੀ ਹੈਗੀ ਹੈ, ਉਹਨਾਂ ਦੇ ਦਿਨ ਵੀ ਆਉਣੇ ਆ। ਠੀਕ ਹੈ ਜੀ। ਬਾਕੀ ਤਾਂ ਇਹ ਜੀ, ਜਿਸ ਤਰ੍ਹਾਂ ਇੱਕ ਕਹਾਵਤ ਹੈਗੀ ਵੀ ਪੰਜਾਬ ਦੇ ਜੰਮਣ ਨੂੰ ਨਿਤ ਮੁਹਿੰਮ ਆ। ਹਾਂ ਜੀ। ਸੋ ਮਤਲਬ ਮੇਰਾ ਜਿਹੜਾ ਆਈਡੀਆ ਮੈਨੂੰ ਲੱਗ ਰਿਹਾ ਸੀਗਾ ਜੀ, ਉਹ ਇਹ ਹੈ ਕਿ 26 ਜਨਵਰੀ ਤੋਂ ਪਹਿਲਾਂ ਹੋ ਸਕਦਾ ਸਰਕਾਰ ਹਥਿਆਰ ਸੁੱਟ ਦੇਵੇ। ਹਥਿਆਰ ਸੁੱਟਣ ਦਾ ਮਤਲਬ ਇਹ ਨਹੀਂ ਕਿ ਉਹਨਾਂ ਕੋਲ ਬੰਦੂਕਾਂ ਚੱਕੀਆਂ, ਯਾਨੀ ਆਪਦਾ ਫੈਸਲਾ ਵਾਪਸ ਲੈ ਲਵੇ, ਕਾਨੂੰਨ ਵਾਪਸ ਲੈ ਲਵੇ। ਜੇ ਉਹ ਨਹੀਂ ਵੀ ਲੈਂਦੀ ਤੇ ਕਿਸਾਨਾਂ ਨੇ ਤਾਂ ਆਪਦਾ ਫੈਸਲਾ ਵਾਪਸ ਬਿਲਕੁਲ। ਕਿਸਾਨਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਵੀ 13 ਅਪ੍ਰੈਲ ਦੀ ਜਿਹੜੀ ਵਿਸਾਖੀ ਉਹ ਵੀ ਇੱਥੇ, ਉਹ ਅੱਗੇ ਦੀ ਅੱਗੇ ਉਹਨਾਂ ਨੇ ਸਾਰਾ ਆਪਦਾ ਜਿਹੜਾ ਪ੍ਰੋਗਰਾਮ ਆ ਉਹ ਦੇ ਦਿੱਤਾ ਹੈ ਵੀ ਵਿਸਾਖੀ ਵੀ ਇੱਥੇ। ਦੇਖੋ ਜੀ, ਮੈਂ ਚਾਹੁੰਦਾ ਮਨ 'ਚ ਮੇਰੀ ਇੱਛਾ ਹੈਗੀ ਕਿ 25 ਤਰੀਕ ਦੀ ਰਾਤ ਨੂੰ ਬੇਸ਼ੱਕ ਅਨਾਉਂਸ ਕਰ ਦੇਵੇ ਸਰਕਾਰ ਕਿ ਕਿਸਾਨ ਭਰਾਵੋ, ਅਸੀਂ ਤੁਹਾਡੀਆਂ ਗੱਲਾਂ ਮੰਨ ਲਈਆਂ ਤੇ ਕਾਨੂੰਨ ਲੈ ਲਏ ਵਾਪਸ, ਤੇ ਅਸੀਂ 29 ਤਰੀਕ ਦੀ ਪਾਰਲੀਮੈਂਟ ਜਦੋਂ ਸ਼ੁਰੂ ਹੋਊਗੀ, ਪਾਰਲੀਮੈਂਟ ਦੇ ਪਹਿਲੇ 1 ਘੰਟੇ ਵਿੱਚ ਇਹ ਅਨਾਉਂਸ ਕਰ ਦਾਂਗੇ ਆਫੀਸ਼ੀਅਲੀ, ਕਿਉਂਕਿ ਸਰਕਾਰ ਦੇ ਅਨਾਉਂਸਮੈਂਟਾਂ ਤੇ, ਮੰਤਰੀਆਂ ਦੀਆਂ ਅਨਾਉਂਸਮੈਂਟਾਂ ਤੇ ਕੋਈ ਯਕੀਨ ਕਰਨ ਨੂੰ ਤਿਆਰ ਨਹੀਂ। ਪਾਰਲੀਮੈਂਟ ਵਿੱਚ ਸਰਕਾਰ ਕਹਿ ਦੂਗੀ, ਉਸ ਗੱਲ ਤੇ ਮੋਹਰ ਲਾ ਦੂਗਾ ਸਪੀਕਰ, ਉਹ ਗੱਲ ਤੇ ਰਾਸ਼ਟਰਪਤੀ ਵੱਲੋਂ ਮੋਹਰ ਲੱਗ ਜਾਊਗੀ ਤੇ ਲੋਕੀ ਮੰਨ ਜਾਣਗੇ, ਅਦਰਵਾਈਜ਼ ਮੰਨਣਾ ਨਹੀਂ ਹੈਗਾ। ਫਿਰ ਜਿਹੜੀ 26 ਦੀ ਟਰੈਕਟਰ ਰੈਲੀ ਆ, ਉਹ ਇਸ ਖੁਸ਼ੀ 'ਚ ਕੱਢ ਲੈਣੀ ਚਾਹੀਦੀ ਹੈ ਕਿ ਅਸੀਂ ਜਿੱਤ ਪ੍ਰਾਪਤ ਕਰ ਲਈ। ਜੀ ਬਿਲਕੁਲ। ਇਸ ਤਰ੍ਹਾਂ ਹੀ ਹੁਣ ਜਿਵੇਂ ਇਹਨਾਂ ਨੇ ਕਿਹਾ ਸੀਗਾ ਵੀ ਜਿਹੜੇ 2 ਕਾਨੂੰਨ ਅਸੀਂ ਇਹਨਾਂ ਨੂੰ ਲੈ ਲਿਖਤੀ ਰੂਪ ਦੇ ਵਿੱਚ ਨਹੀਂ ਦਿੱਤੇ, ਉਹ ਗੱਲਾਂ ਬਾਤਾਂ ਦੇ ਵਿੱਚ, ਗੱਲੀ ਬਾਤੀ ਕਿਸੇ ਨੇ ਯਕੀਨ ਨਹੀਂ ਕਰਨਾ ਜੀ। ਉਹ ਗੱਲ ਹੁਣ ਦੂਰ ਦੀ ਗੱਲ ਹੈ। ਸਰਕਾਰ ਦਾ ਭਰੋਸਾ ਖਤਮ ਹੋ ਗਿਆ, ਟਰਸਟਵਰਦੀਨੈਸ ਜਿਹੜੀ ਆ ਉਹ ਖਤਮ ਹੋ ਗਈ ਹੈ। ਸੋ ਕਿਸਾਨ ਵੀ ਉਹਨਾਂ ਤੇ ਭਰੋਸਾ ਕਰਨ ਨੂੰ ਤਿਆਰ ਨਹੀਂ ਹੈ। ਕਿਸਾਨਾਂ ਦਾ ਅੰਦੋਲਨ ਜਿਹੜਾ ਹੈਗਾ ਵਾ, ਉਹ ਦਿਨ ਬ ਦਿਨ ਬੜੇ ਪੱਕੇ ਪੈਰੀ ਹੋ ਕੇ ਅੱਗੇ ਵਧ ਰਿਹਾ ਹੈਗਾ। ਉਮੀਦ ਕਰਦੇ ਹਾਂ ਕਿ ਸੁੱਖ ਸ਼ਾਂਤੀ ਨਾਲ ਹੀ ਸਾਰਾ ਕੁਝ ਚੱਲੂਗਾ। ਅਸੀਂ ਦੋਨਾਂ ਧਿਰਾਂ ਨੂੰ ਹੀ, ਸਰਕਾਰ ਨੂੰ ਵੀ ਔਰ ਕਿਸਾਨਾਂ ਨੂੰ ਵੀ, ਇਹ ਗੱਲ ਹੱਥ ਜੋੜ ਕੇ ਕਹਿਣਾ ਚਾਹੁੰਦੇ ਆ ਵਾਇਸ ਆਫ ਇੰਡੀਆ ਦੇ ਸਟੂਡੀਓ 'ਚ ਬੈਠੇ ਕਿ ਇਹ ਮੌਕਾ ਜਿਹੜਾ ਹੈ, ਇਹ ਡਿਪਲੋਮੈਟਿਕ ਜਿਹੜੀ ਪਾਲਿਸੀ ਇਖਤਿਆਰ ਕਰਨ ਦਾ ਮੌਕਾ ਹੈ। ਤੁਸੀਂ ਕਿਸੇ ਵੀ ਕਿਸਮ ਦਾ ਇਹੋ ਜਿਹਾ ਕੋਈ ਐਕਟ ਨਹੀਂ ਕਰੋ, ਨਾ ਸਰਕਾਰ ਕਰੇ ਨਾ ਕਿਸਾਨ ਕਰਨ, ਜਿਹਦੇ ਨਾਲ ਦੇਸ਼ ਦਾ ਨੁਕਸਾਨ ਹੋਵੇ, ਜਿਹਦੇ ਨਾਲ ਲੋਕਾਂ ਦਾ ਨੁਕਸਾਨ ਹੋਵੇ। ਔਰ ਉਹ ਦੇਸ਼ ਦਾ ਜਿਹੜਾ ਨੁਕਸਾਨ ਹੋਇਆ ਜਾਂ ਲੋਕਾਂ ਦਾ ਨੁਕਸਾਨ ਜੇ ਹੋਇਆ ਤੇ ਦੁਨੀਆ 'ਚ ਸਾਡੇ ਲਈ ਮੂੰਹ ਦਿਖਾਉਣਾ ਔਖਾ ਹੋ ਜਾਊਗਾ। ਕਿਸਾਨ ਹੁਣ ਤੱਕ ਬੜੇ ਜ਼ਾਬਤੇ ਨਾਲ ਚੱਲਦੇ ਪਏ ਆ, ਜ਼ਾਬਤੇ ਨਾਲ ਹੀ ਚੱਲਣ। ਸਰਕਾਰ ਹੁਣ ਤੱਕ ਮੋਮੋ ਠੱਗਣੀਆਂ ਕਰਦੀ ਪਈ ਆ, ਇਹਨੂੰ ਆਪਦੀ ਨੀਤੀ ਬਦਲਣੀ ਚਾਹੀਦੀ। ਬਿਲਕੁਲ। ਤੁਸੀਂ ਮੇਰੇ ਨਾਲ ਸਹਿਮਤ ਹੋ? ਬਿਲਕੁਲ। ਲਈਏ ਅੱਗੇ ਜੀ। ਥੈਂਕ ਯੂ ਵੈਰੀ ਮਚ।